ਦੇ ਨਾਲ 5 ਤੋਂ 6 ਦਹਿਸ਼ਤਗਰਦ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਤੇ ਇਸ ਦੇ ਨਾਲ ਜੁੜੀ ਵੱਡੀ ਖਬਰ ਰਸ਼ੀਅਨ ਮੇਡ RPG 22 ਦਾ ਇਸਤੇਮਾਲ ਕੀਤਾ ਗਿਆ। ਰਸ਼ੀਅਨ ਮੇਡ RPG ਦੇ ਨਾਲ ਇਹਨਾਂ ਦਹਿਸ਼ਤਗਰਦਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਪੁਲਿਸ ਥਾਣੇ ਦੇ ਉੱਤੇ। ਅਟੈਕ ਦੇ ਵਿੱਚ ਇਸਤੇਮਾਲ ਰਾਕਟ ਲਾਂਚਰ ਦੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ। रशियन मेड RPG ਦੇ ਨਾਲ ਹਮਲਾ ਕੀਤਾ ਗਿਆ। रशियन मेड RPG 22 ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਦੇ ਰਾਹੀਂ ਹਮਲਾ ਕੀਤਾ ਗਿਆ ਪੁਲਿਸ ਥਾਣੇ ਤੇ। ਇਸੇ ਰਾਕਟ ਲਾਂਚਰ ਤੋਂ ਜਿਹੜਾ ਹੈ ਗ੍ਰੇਨੇਡ ਦਾਗਿਆ ਗਿਆ ਸੀ ਜਿਸ ਦੀ ਤਸਵੀਰ ਕੁਝ ਹੀ ਸਮੇਂ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਤੇ ਹੋਏਗੀ। ਵੱਡਾ ਖੁਲਾਸਾ ਇਸ ਮਾਮਲੇ ਦੇ ਵਿੱਚ ਹੋਇਆ। ਰਸ਼ੀਅਨ ਮੇਡ ਇਸ ਲਾਂਚਰ ਦੇ ਨਾਲ ਗ੍ਰੇਨੇਡ ਦਾਗਿਆ ਗਿਆ ਸੀ। ਐਕਸਕਲੂਸਿਵ ਤਸਵੀਰ ਨਿਊਜ਼ 18 ਤੇ ਦਿਖਾ ਰਹੇ ਹਾਂ। ਪਾਕਿਸਤਾਨ ਤੋਂ ਇਹ ਰਾਕਟ ਲਾਂਚਰ ਸਪਲਾਈ ਹੋਇਆ ਸੀ। ਇਸੇ ਤਰੀਕੇ ਦੇ ਨਾਲ ਪਹਿਲਾਂ ਵੀ ਜਦੋਂ ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲਾ ਹੋਇਆ ਸੀ ਤਾਂ ਹਮਲਾਵਰ ਉੱਥੇ ਹੀ ਲਾਂਚਰ ਸੁੱਟ ਕੇ ਫਰਾਰ ਹੋ ਗਏ ਸੀ ਤੇ ਇਸ ਲਾਂਚਰ ਨੂੰ ਵੀ ਹਾਈਵੇ ਦੇ ਨੇੜੇ ਹੀ ਬਰਾਮਦ ਕੀਤਾ ਗਿਆ ਹੈ। ਪੁਲਿਸ ਥਾਣੇ ਦੇ ਬਾਹਰੋਂ ਹਾਈਵੇ ਤੋਂ ਇਹ ਲਾਂਚਰ ਮਿਲਿਆ ਹੈ। ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਇਸ RPG ਦੀ ਸਪਲਾਈ ਹੋਈ ਸੀ। ਪਾਕਿਸਤਾਨ ਵਾਲੇ ਪਾਸਿਓਂ ਇਹ ਰਾਕਟ ਲਾਂਚਰ ਸਪਲਾਈ ਹੋਇਆ ਸੀ। ਇਸੇ ਰਾਕਟ ਲਾਂਚਰ ਤੋਂ ਗ੍ਰੇਨੇਡ ਦਾਗਿਆ ਗਿਆ ਸੀ ਜਿਸ ਦੀ ਐਕਸਕਲੂਸਿਵ ਤਸਵੀਰ ਨਿਊਜ਼ 18 ਤੇ ਦਿਖਾ ਰਹੇ ਹਾਂ। ਤਰਨਤਾਰਨ ਦੇ ਵਿੱਚ पुलिस थाने नूं सरहाली पुलिस थाने नूं निशाना बनाया गया। रात तकरीबन 11:22 ते पुलिस थाने ते हमला किया गया। रॉकेट लॉन्चर दे नाल ग्रेनेड दागिया गया। जानी नुकसान इस हमले दे विच कोई नहीं होया लेकिन इसने पुलिस नूं किते ना किते सीधा चैलेंज खड़ा कर दिता है ते हुण जो खबरां मिल रही ने कि रशियन मेड रॉकेट लॉन्चर दे नाल हमला किया गया। मनोज राठी मेरे सहयोगी जुड़ चुके ने। मनोज, ਉਸੇ ਤਰੀਕੇ ਦੀ ਤਸਵੀਰ ਹੁਣ ਨਜ਼ਰ ਆ ਰਹੀ ਹੈ ਜਿਸ ਤਰੀਕੇ ਨਾਲ ਮੋਹਾਲੀ ਦੇ ਵਿੱਚ ਨਜ਼ਰ ਆਈ ਸੀ। ਉੱਥੇ ਹੀ ਲਾਂਚਰ ਸੁੱਟ ਕੇ ਜਿਹੜੇ ਹਮਲਾਵਰ ਨੇ ਫਰਾਰ ਹੋ ਗਏ ਸੀ ਤੇ ਇੱਥੇ ਵੀ ਉਸੇ ਤਰੀਕੇ ਦੇ ਨਾਲ ਹਮਲਾ ਹੁੰਦਾ ਹੈ ਤੇ ਉੱਥੇ ਹੀ ਲਾਂਚਰ ਸੁੱਟ ਕੇ ਫਰਾਰ ਹੋ ਜਾਂਦੇ ਨੇ। ਤਸਵੀਰਾਂ ਵੀ ਅਸੀਂ ਐਕਸਕਲੂਸਿਵ ਨਿਊਜ਼ 18 ਤੇ ਦਿਖਾ ਰਹੇ ਹਾਂ ਕਿ ਕਿਹੜਾ ਲਾਂਚਰ ਸੀ ਜਿਸ ਦੀ ਤਸਵੀਰ ਹੁਣ ਵੀ ਸਾਹਮਣੇ ਆ ਚੁੱਕੀ ਹੈ। ਕੀ ਕੁਝ ਹੁਣ ਤੱਕ ਇਸ ਪੂਰੇ ਮਾਮਲੇ ਤੇ ਅਪਡੇਟ ਤੁਹਾਡੇ ਕੋਲ? ਬਿਲਕੁਲ ਅਸ਼ਦੀਪ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਕਈ ਚੀਜ਼ਾਂ ਇਹਦੇ ਵਿੱਚ ਹੁਣ ਸਾਹਮਣੇ ਆ ਰਹੀ ਹੈ। ਕਈ ਕਲੂਜ਼ ਜਿਹੜੇ ਆ ਉਹ ਪੁਲਿਸ ਤੇ NIA ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ। ਬਹੁਤ ਹੀ ਅਹਿਮ ਸਵਾਲ ਇਹਦੇ ਵਿੱਚ ਇਹ ਹੈ ਕਿ ਜਿਹੜਾ 9 ਮਈ ਨੂੰ ਮੋਹਾਲੀ ਦੇ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ਦੇ ਬਾਹਰ ਹਮਲਾ ਹੋਇਆ ਸੀਗਾ, ਬਹੁਤ ਸਾਰੀ ਚੀਜ਼ਾਂ ਜਿਹੜੀ ਹੈਗੀ ਉਹ ਮਿਲਦੀ ਝੁਲਦੀਆਂ ਇਹਦੇ ਵੀ ਸਾਹਮਣੇ ਆ ਰਹੀਆਂ। ਰਾਕਟ ਲਾਂਚਰ ਉੱਥੋਂ ਵੀ ਕੁਝ ਦਿਨ ਤੋਂ ਰਾਕਟ ਲਾਂਚਰ ਰਿਕਵਰ ਕੀਤਾ ਸੀਗਾ ਪੁਲਿਸ ਨੇ ਮੋਹਾਲੀ 'ਚ ਤੇ ਇਹਦੇ ਵਿੱਚ ਵੀ ਜਿਹੜਾ ਇਹ ਰਾਕਟ ਲਾਂਚਰ ਦੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਰਸ਼ੀਅਨ ਮੇਡ, ਇਹ ਜਿਹੜਾ ਹੈਗਾ ਉਹ ਰਿਕਵਰ ਕੀਤਾ ਗਿਆ। ਯਾਨੀ ਕਿ ਬਹੁਤ ਵੱਡੀ ਸਾਜ਼ਿਸ਼, ਬਹੁਤ ਸਾਰੀ ਚੀਜ਼ਾਂ ਜਿਹੜੀਆਂ ਉਹ ਸਿਮਿਲਰ ਮਿਲਦੀਆਂ ਝੁਲਦੀਆਂ ਜਿਹੜੀ ਮੈਚ ਕਰਦੀਆਂ ਨਜ਼ਰ ਆ ਰਹੀਆਂ ਕਿ ਜਿਹੜਾ 7 ਮਹੀਨੇ ਯਾਨੀ ਕਿ 7 ਮਹੀਨੇ ਦੇ ਅੰਦਰ ਅੰਦਰ ਇਹ ਦੂਜਾ ਜਿਹੜਾ ਅਟੈਕ ਹੋਇਆ ਹੈ 9 ਮਈ ਤੇ 9 ਦਸੰਬਰ ਯਾਨੀ ਕਿ 9 ਤਰੀਕ 7 ਮਹੀਨੇ ਬਾਅਦ। ਇਹ ਬਹੁਤ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਪੁਲਿਸ ਹੁਣ ਕੰਮ ਕਰ ਰਹੀ ਹੈ। CCTV ਦੇ ਆਧਾਰ ਤੇ ਬਹੁਤ ਸਾਰੀ ਚੀਜ਼ਾਂ ਦੇ ਜਿਹੜੇ ਕਲੂਜ਼ ਹੈ ਉਹ ਵੀ ਪੁਲਿਸ ਨੂੰ ਰਿਕਵਰ ਹੋਏ ਆ, ਪੁਲਿਸ ਨੂੰ ਮਿਲੇ ਆ। ਇਹਦੇ ਨਾਲ ਇਹ ਜਿਹੜਾ ਰਸ਼ੀਅਨ ਮੇਡ ਜਿਹੜਾ ਲਾਂਚਰ ਹੈ ਜਾਂ ਗ੍ਰੇਨੇਡ ਹੈ ਇਹਨੂੰ ਫੋਰੈਂਸਿਕ ਜਾਂਚ ਵਾਸਤੇ ਭੇਜ ਦਿੱਤਾ ਗਿਆ। ਬੜੀ ਹੈਰਾਨ ਕਰ ਦੇਣੇ ਵਾਲੀ ਗੱਲ ਹੈ ਅਰਸ਼ਦੀਪ ਕਿ ਇਹ ਜਿਹੜੇ ਜਿਸ ਤਰ੍ਹਾਂ ਦੇ ਲਾਂਚਰ ਹੁੰਦੇ ਆ ਇਹ ਖਾਸ ਕਰ ਜਿਹੜੇ ਹੈ ਬਖਤਰਬੰਦ ਗੱਡੀਆਂ ਜਾਂ ਫਿਰ ਦੂਰੀ ਤੋਂ ਕਿਸੇ ਨੂੰ ਉਡਾਣਾ ਹੋਵੇ ਜਾਂ ਟੈਂਕਰ ਨੂੰ ਜਿਹੜਾ ਹੈਗਾ ਉਹ ਉਡਾਣਾ ਹੋਵੇ ਧਮਾਕੇ ਨਾਲ, ਉਹ ਇਹ ਉੱਥੇ ਹੀ ਯੂਜ਼ ਹੁੰਦੇ ਆ। ਇਹ ਕਿੱਥੋਂ ਆਏ? ਬਹੁਤ ਵੱਡੇ ਸਵਾਲ ਨੇ। ਹਾਲਾਂਕਿ DGP ਵੱਲੋਂ ਵੀ ਉਸ ਦਿਨ ਇਹ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਪਾਕਿਸਤਾਨ ਯਾਨੀ ਕਿ ਸਾਡਾ ਜਿਹੜਾ ਗਵਾਂਢੀ ਦੇਸ਼ ਹੈ ਉਹਦੀ ਇਹ ਹਰਕਤ ਹੋ ਸਕਦੀ ਹੈ। ਸਾਡੇ ਸੋਰਸਿਸ ਇਹ ਵੀ ਜਾਣਕਾਰੀ ਦੇ ਰਹੇ ਹੈ ਕਿ ਜਿਹੜੇ ਇਨਪੁਟ ਮਿਲੇ ਸੀਗੇ ਕਿ ਕ੍ਰਾਸ ਬਾਰਡਰ 2 ਤੋਂ 3 ਜਿਹੜੇ ਲਾਂਚਰ ਹੈ ਇਸ ਟਾਈਪ ਦੇ ਉਹ ਇੱਥੇ ਪੰਜਾਬ ਪਹੁੰਚੇ ਹੈ। ਪੰਜਾਬ ਪਹੁੰਚ ਕੇ ਦਹਿਸ਼ਤ ਦੀ ਮਚਾਉਣ ਦੀ ਜਿਹੜੀ ਕੋਸ਼ਿਸ਼ ਹੈ ਜਾਂ ਫਿਰ ਜਿਸ ਤਰ੍ਹਾਂ ਦੀ ਇਹਨਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਜਾਂ ਫਿਰ ਜਿਸ ਤਰ੍ਹਾਂ ਦੀ ਇਹਨਾਂ ਦੀ ਮਨਸ਼ਾ ਸੀਗੀ, ਇੱਕ ਮੋਹਾਲੀ 'ਚ ਯੂਜ਼ ਹੋ ਚੁੱਕਿਆ ਹੈ, ਇੱਕ ਸਰਹਾਲੀ ਪਿੰਡ 'ਚ ਯੂਜ਼ ਹੋ ਚੁੱਕਿਆ ਹੈ ਤੇ ਇਹ ਵੀ ਇਨਪੁਟ ਹੈਗੇ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ 1 ਤੋਂ 2 ਹੋਰ ਵੀ ਹੋ ਸਕਦੇ ਹੈ ਜਿਹਨੂੰ ਲੈ ਕੇ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਨਾਲ NIA, ਸੈਂਟਰਲ ਏਜੰਸੀਜ਼, SSOC, ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਆਪਰੇਸ਼ਨ ਸੈੱਲ, ਇਹ ਸਾਰੀ ਟੀਮਾਂ ਜਿਹੜੀਆਂ ਲੱਗੀ ਹੋਈ ਹੈ ਤੇ ਕਈ ਕਲੂਜ਼ ਇਹਦੇ ਵਿੱਚ ਪੁਲਿਸ ਨੂੰ ਮਿਲੇ ਵੀ ਹੈਗੇ ਔਰ ਜਲਦੀ ਜਿਹੜਾ ਹੈਗਾ ਉਹ ਕਹਿਣ ਦੀ ਜਿਹੜੇ ਸੋਰਸਿਸ ਦੱਸ ਰਹੇ ਨੇ ਕਿ ਕਈ ਚੀਜ਼ਾਂ ਜਿਹੜੀ ਹੈਗੀ ਉਹ ਰਿਕਵਰ ਕਰਕੇ CCTV ਰਿਕਵਰ ਕਰਕੇ ਜਾਂਚ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ। 5 ਤੋਂ 6 ਜਿਹੜੇ ਸ਼ੱਕੀ ਲੋਕ ਨੇ ਉਹਨਾਂ ਦੀ ਵੀ CCTV ਫੁਟੇਜ ਸਾਹਮਣੇ ਆਈ ਹੈ। ਬਿਲਕੁਲ ਉਸ ਦੇ ਬਾਰੇ ਵੀ ਜ਼ਿਕਰ ਕਰਾਂਗੇ ਮਨੋਜ, ਲੇਕਿਨ ਇਹ ਸਮਝਣਾ ਚਾਹਾਂਗੇ ਕਿ ਜਿਹੜਾ ਰਾਕਟ ਲਾਂਚਰ ਇੱਥੇ ਬਰਾਮਦ ਹੋਇਆ ਹੈ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਈ ਹੋਰ ਵੀ ਆਏ ਹੋ ਸਕਦੇ ਨੇ ਜਾਂ ਇਹ ਜਾਣਕਾਰੀ ਮਿਲ ਰਹੀ ਸੀ ਕਿ 2 ਤੋਂ 3 ਸਰਹੱਦ ਪਾਰੋਂ ਆਏ ਨੇ, ਤਾਂ ਮੋਹਾਲੀ ਦੇ ਵਿੱਚ ਜਿਹੜਾ ਰਾਕਟ ਲਾਂਚਰ ਬਰਾਮਦ ਹੋਇਆ ਸੀ ਤੇ ਇਹ ਜਿਹੜਾ ਰਾਕਟ ਲਾਂਚਰ ਬਰਾਮਦ ਹੋਇਆ ਇਹਨਾਂ ਦੇ ਵਿੱਚ ਕੀ ਸਿਮਿਲੈਰਿਟੀ ਨਜ਼ਰ ਆ ਰਹੀ ਹੈ?
ਦੇਖੋ ਜਿਹੜੇ ਐਕਸਪਰਟਸ ਨਾਲ ਸਾਡੀ ਗੱਲਬਾਤ ਹੋਈ ਹੈ, ਜਿਹੜੇ ਵੀ ਇਹ ਰਾਕਟ ਲਾਂਚਰ ਨੇ ਰਸ਼ੀਅਨ ਮੇਡ, ਇਹਦੇ ਵਿੱਚ ਬਹੁਤ ਸਾਰੀ ਸਿਮਿਲੈਰਿਟੀਜ਼ ਨੇ, ਬਹੁਤ ਸਾਰੇ ਇਹ ਮਿਲਦੀ ਜੁਲਦੀਆਂ ਜਿਹੜੀ ਚੀਜ਼ਾਂ ਹੈ ਉਹ ਸਾਹਮਣੇ ਆ ਰਹੀ ਹੈ। ਰਾਕਟ ਲਾਂਚਰ ਇੱਥੋਂ ਰਿਕਵਰ ਹੋਇਆ ਸੀਗਾ, ਸੇਮ ਐਜ਼ ਇਟ ਇਜ਼ ਹੈਗਾ। ਜਿਹੜਾ ਗ੍ਰੇਨੇਡ ਉੱਥੇ ਮੋਹਾਲੀ ਦੀ ਬਿਲਡਿੰਗ 'ਚ ਗਿਰਿਆ ਸੀਗਾ, ਉਹੀ ਸੇਮ ਇਸ ਤਰ੍ਹਾਂ ਦਾ ਹੀ ਜਿਹੜਾ ਗ੍ਰੇਨੇਡ ਹੈ ਉਹ ਉੱਥੇ ਰਿਕਵਰ ਹੋਇਆ, ਯਾਨੀ ਕਿ ਕੰਨ ਤੋਂ ਵੱਜ ਕੇ ਸਿੱਧਾ ਰੂਮ 'ਚ ਵੱਜਿਆ ਹੈ। ਇੱਥੇ ਵੀ ਸੇਮ ਇਸ ਤਰ੍ਹਾਂ ਹੀ ਹੋਇਆ ਸੀਗਾ ਕਿ ਥੋੜੀ ਜਿਹੀ ਚੂਕ ਹੋਈ ਸੀ। ਇੱਥੇ ਜਿਹੜਾ ਪੁੱਛਗਿੱਛ ਸਾਹਮਣੇ ਆਇਆ ਸੀਗਾ ਕਿ ਜਿਹੜੇ ਵੀ ਇੱਥੇ ਫੜੇ ਗਏ ਸੀ ਬੰਦੇ, ਜਿਹੜਾ ਨਾਬਾਲਿਗ ਫੜਿਆ ਗਿਆ ਸੀਗਾ, ਹਾਲਾਂਕਿ ਇੱਕ ਹਜੇ ਫਰਾਰ ਦੱਸਿਆ ਜਾ ਰਿਹਾ ਹੈ। ਮੋਹਾਲੀ ਸਟੇਟ ਇੰਟੈਲੀਜੈਂਸ ਹੈਡਕੁਆਟਰ ਦੇ ਦੀਪਕ ਝੱਜਰ, ਉਹ ਹਜੇ ਵੀ ਫਰਾਰ ਦੱਸਿਆ ਜਾ ਰਿਹਾ। ਜਿਹੜਾ ਲੇਕਿਨ ਨਾਬਾਲਿਗ ਫੜਿਆ ਸੀਗਾ ਦਿੱਲੀ ਦੀ ਸਪੈਸ਼ਲ ਸੈੱਲ ਨੇ, ਉਸ ਤੋਂ ਬਾਅਦ ਪੰਜਾਬ ਪੁਲਿਸ ਲੈ ਕੇ ਆਈ ਸੀ ਤੇ ਉਹਨੇ ਗੱਲ ਬੰਨੀ ਹੈ ਕਿ ਅਸੀਂ ਚਲਦੇ ਯਾਨੀ ਕਿ ਬਾਈਕ ਤੇ ਅਸੀਂ ਚਲਦੇ ਨਿਸ਼ਾਨਾ ਜਿਹੜਾ ਹੈ ਉਹ ਸਾਧਿਆ ਹੈ। ਯਾਨੀ ਕਿ ਇਹਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਦੀ ਚੀਜ਼ਾਂ ਹੋਈਆਂ ਕਿ ਖੜ ਕੇ ਨਹੀਂ ਬਲਕਿ ਹਾਈਵੇ ਤੇ ਚਲਦੇ ਇਹਦੇ ਤੇ ਨਿਸ਼ਾਨਾ ਦਾਗਿਆ ਗਿਆ, ਜਿਸ ਕਰਕੇ ਥੋੜੀ ਜੀ ਚੂਕ ਹੋਈ, ਕੰਧ ਤੇ ਵੱਜ ਕੇ ਰੂਮ 'ਚ ਗਿਰ ਗਿਆ, ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਰਾਹਤ ਦੀ ਗੱਲ ਜ਼ਰੂਰ ਹੈ ਅਰਸ਼ਦੀਪ, ਰਾਹਤ ਦੀ ਗੱਲ ਜ਼ਰੂਰ ਹੈ ਕਿ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਜੇਕਰ ਇਹ ਸਿੱਧਾ ਟਾਰਗੇਟ ਤੇ ਜਾਂਦਾ तो बहुत बड़ा नुकसान होना सीगा। उत्थे 8 ਤੋਂ 9 ਜਿਹੜੇ पुलिस ऑफिसर उत्ते मौजूद सी ड्यूटी ते, उन्हां दा भी नुकसान होना सीगा, होर बिल्डिंग दा भी नुकसान होना सीगा, क्योंकि कल जिद्दां डिफ्यूज किया तुसीं भी वेख्या कि डिफ्यूज किया उहदी जिहड़ी पावर है बहुत ज्यादा, क्योंकि इस तरह के जिहड़े ग्रेनेड होंदे हैं, इस तरह के जिहड़े लॉन्चर होंदे हैं, उन्हां दी जिहड़ी पावर होंदी है, उन्हां दा जिहड़ी कैपेसिटी होंदी है वो बहुत ज्यादा होंदी है बिल्डिंग नूं या फिर किस तरह टारगेट करना है। क्योंकि मकसद की सी, जिहड़े भी दहशतगर्द उत्थे पहुंचे सी, जिहड़े भी आतंकी उत्थे पहुंचे सी, उन्हां दा मकसद की सी सिर्फ दहशत करना या फिर उन्होंने टारगेट करके उस चीज उड़ाना। हालांकि इस तो पहला भी बिल्कुल ਵੱਡੇ ਸਵਾਲ ਨੇ ਇਸ ਮਾਮਲੇ ਦੇ ਵਿੱਚ ਹਰ ਚੀਜ਼ ਦੀ ਛਾਣਬੀਣ ਕੀਤੀ ਜਾ ਰਹੀ ਹੈ। ਮਨੋਜ, ਤੁਸੀਂ ਜੁੜੇ ਰਹਿਣਾ। ਇੱਕ ਹੋਰ ਵੱਡੀ ਖਬਰ ਇਸੇ ਹਮਲੇ ਦੇ ਨਾਲ ਜੁੜੀ ਹੋਈ, ਤਰਨਤਾਰਨ ਦੇ ਵਿੱਚ ਜੋ ਵੱਡਾ ਹਮਲਾ ਹੋਇਆ ਹੈ ਉਸ ਮਾਮਲੇ ਦੇ ਵਿੱਚ ਵੱਡੀ ਖਬਰ, ਪੁਲਿਸ ਨੂੰ ਹਮਲਾਵਰਾਂ ਦਾ ਸੁਰਾਗ ਮਿਲਿਆ ਹੈ। ਕਿਸਨੇ ਹਮਲਾ ਕੀਤਾ ਉਹਨਾਂ ਦਾ ਸੁਰਾਗ ਮਿਲਿਆ ਹੈ ਪੁਲਿਸ ਨੂੰ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਹੈ, 5 ਤੋਂ 6 ਦਹਿਸ਼ਤਗਰਦਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇੱਕ ਢਾਬੇ ਦੇ ਵਿੱਚ ਹਮਲਾਵਰ ਬੈਠੇ ਨਜ਼ਰ ਆਏ ਨੇ, ਇੱਕ ਢਾਬੇ ਦੀ ਸੀਸੀਟੀਵੀ ਦੇ ਵਿੱਚ ਹਮਲਾਵਰ ਨਜ਼ਰ ਆਏ ਨੇ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਦੇ ਵਿੱਚ ਲਈ ਹੈ। ਢਾਬੇ ਦੇ ਵਿੱਚ ਕਾਫੀ ਦੇਰ ਤੱਕ ਹਮਲਾਵਰ ਰੁਕੇ ਰਹੇ ਸੀ। ਕਾਰ ਤੇ ਮੋਟਰਸਾਈਕਲ ਤੇ ਇਹ ਹਮਲਾਵਰ ਸਵਾਰ ਸੀ ਤਾਂ ਸੁਰਾਗ ਲੱਗਿਆ ਹੈ ਕਿ ਕਿਸਨੇ ਹਮਲਾ ਕੀਤਾ ਹੈ, ਹਮਲਾਵਰ ਕੌਣ ਸੀ, ਇਸ ਦਾ ਸੁਰਾਗ ਲੱਗਿਆ ਹੈ ਪੁਲਿਸ ਨੂੰ ਆਰਪੀਜੀ ਅਟੈਕ ਵਾਲੇ ਹਮਲਾਵਰਾਂ ਦਾ ਸੁਰਾਗ ਮਿਲਿਆ। ਸੂਤਰਾਂ ਦੇ ਹਵਾਲੇ ਨਾਲ 5 ਤੋਂ 6 ਦਹਿਸ਼ਤਗਰਦ ਸੀ ਇਸ ਵਾਰਦਾਤ ਦੇ ਵਿੱਚ ਸ਼ਾਮਲ, ਜਿਨ੍ਹਾਂ ਦੇ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਹੈ। 5 ਦਹਿਸ਼ਤਗਰਦਾਂ ਦੇ ਵੱਲੋਂ ਗ੍ਰੇਨੇਡ ਦਾਗਿਆ ਗਿਆ ਹੈ। ਆਰਪੀਜੀ ਅਟੈਕ ਦੇ ਮਾਮਲੇ ਦੇ ਵਿੱਚ ਹੁਣ ਤੱਕ ਜੋ ਪੁਲਿਸ ਦੇ ਹਵਾਲੇ ਨਾਲ ਜਾਣਕਾਰੀ, ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ, ਕਾਰ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਦਹਿਸ਼ਤਗਰਦ ਆਏ ਸੀ, ਇੱਕ ਢਾਬੇ ਦੇ ਵਿੱਚ ਰੁਕੇ ਰਹੇ ਸੀ। ਥਾਣੇ ਤੋਂ ਥੋੜੀ ਦੂਰੀ ਤੇ ਢਾਬੇ 'ਚ ਦਿਖੇ ਸੀ। ਥਾਣੇ ਤੋਂ ਥੋੜੀ ਹੀ ਦੂਰੀ ਤੇ ਇੱਕ ਢਾਬਾ ਹੈ ਜਿਸ ਦੇ ਵਿੱਚ ਦਹਿਸ਼ਤਗਰਦ ਵੇਖੇ ਗਏ ਸੀ। ਉੱਥੇ ਕਾਫੀ ਦੇਰ ਤੱਕ ਰੁਕੇ ਰਹੇ। ਢਾਬੇ ਦੀ ਸੀਸੀਟੀਵੀ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤੇ ਉਸ ਸੀਸੀਟੀਵੀ ਫੁਟੇਜ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨੋਜ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਇਸ ਮਾਮਲੇ ਤੇ? 5 ਤੋਂ 6 ਦਹਿਸ਼ਤਗਰਦ ਦੱਸੇ ਜਾ ਰਹੇ ਨੇ, ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਇੱਕ ਢਾਬੇ ਦੇ ਵਿੱਚ ਦੇਖੇ ਗਏ ਨੇ। ਕੀ ਕੁਝ ਇਸ ਮਾਮਲੇ ਦੇ ਵਿੱਚ ਅੱਗੇ ਪੁਲਿਸ ਕਦਮ ਉਠਾ ਰਹੀ ਹੈ, ਪਹਿਚਾਣ ਕੀਤੀ ਗਈ ਹੈ ਇਹਨਾਂ ਦੀ? ਬਿਲਕੁਲ ਅਰਸ਼ਦੀਪ, ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਜਿਹੜੇ ਸਾਡੇ ਟੌਪ ਸੋਰਸਿਸ ਹੈ ਉਹ ਜਿਹੜੇ ਜਾਣਕਾਰੀ ਦੇ ਰਹੇ ਹੈ ਕਿ ਇੱਕ ਸੀਸੀਟੀਵੀ ਕਬਜ਼ੇ 'ਚ ਲਿੱਤੀ। ਹਾਲਾਂਕਿ ਉਹ ਸੀਸੀਟੀਵੀ ਬਹੁਤ ਹੀ ਕੌਨਫੀਡੈਂਸ਼ੀਅਲ ਹੈ, ਜਾਂਚ ਦਾ ਮੈਟਰ ਹੈ, ਇਸ ਕਰਕੇ ਅਸੀਂ ਉਹ ਨਹੀਂ ਦਿਖਾ ਸਕਦੇ। ਲੇਕਿਨ ਉਹ ਜਿਹੜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, 5 ਤੋਂ 6 ਜਿਹੜੇ ਸ਼ੱਕੀ ਨੌਜਵਾਨ ਨੇ, ਇੱਕ ਬਾਈਕ ਹੈ ਤੇ ਇੱਕ ਵਾਈਟ ਕਲਰ ਦੀ ਕਾਰ ਦੱਸੀ ਜਾ ਰਹੀ ਹੈ, ਜਿਹਦੇ 'ਚ ਉਹ ਆ ਕੇ ਉੱਥੇ ਢਾਬੇ 'ਚ ਰੁਕੇ ਹੈ। ਹੁਣ ਉਹਨੇ ਖਾਣਾ ਖਾਇਆ ਨਹੀਂ ਖਾਇਆ, ਉੱਥੇ ਬੈਠੇ ਨਹੀਂ ਬੈਠੇ, ਲੇਕਿਨ ਉੱਥੇ ਆ ਕੇ ਰੁਕੇ ਹੈ। ਉਹ ਸ਼ੱਕੀ ਨੌਜਵਾਨ ਨੇ, ਉਹਨਾਂ ਨੂੰ ਪਹਿਲਾਂ ਉੱਥੇ ਨਹੀਂ ਦੇਖਿਆ ਗਿਆ, ਕਿਉਂਕਿ ਆਸ-ਪਾਸ ਨੀਅਰ ਬਾਈ ਜਿਹੜੀ ਵੀ NIA ਜਾਂਚ ਕਰ ਰਹੀ ਹੈ, ਪੰਜਾਬ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ, ਉਹਦੇ ਵਿੱਚ ਇਹਦੇ 'ਚ ਇਨਵੈਸਟੀਗੇਸ਼ਨ 'ਚ ਇਹ ਆਇਆ ਕਿ 5 ਤੋਂ 6 ਜਿਹੜੇ ਨੌਜਵਾਨ ਨੇ, ਯਾਨੀ ਕਿ ਜਿਹੜੇ ਏਜ ਦੇ ਵੀ ਜਿਹੜੇ ਹੈਗੇ ਜ਼ਿਆਦਾ ਨਹੀਂ ਲੱਗ ਰਹੇ, 20 ਤੋਂ 25 ਸਾਲ 26 ਸਾਲ ਦੀ ਏਜ ਦੇ ਹੈ, ਜਿਹਦੇ ਵਿੱਚ ਉਹਨਾਂ ਤੇ ਸ਼ੱਕ ਹੈ ਤੇ ਉਹਨਾਂ ਦੀ ਜਿਹੜੀ ਸੀਸੀਟੀਵੀ ਫੁਟੇਜ ਹੈ, ਕਿਉਂਕਿ ਟਾਈਮ ਮੈਚ ਕੀਤਾ ਗਿਆ, ਜਿਹੜੇ ਸੋਰਸਿਸ ਜਾਣਕਾਰੀ ਦੇ ਰਹੇ ਕਿ ਉਹਦੇ ਵਿੱਚ ਟਾਈਮ ਮੈਚ ਕੀਤਾ ਗਿਆ, ਕਿਉਂਕਿ 11:15 11:20 ਤੇ ਇਹ ਪੂਰੀ ਧਮਾਕੇ ਦੀ ਕੋਸ਼ਿਸ਼ ਹੋਈ ਹੈ, ਪੂਰਾ ਧਮਾਕਾ ਕੀਤਾ ਗਿਆ ਹੈ। ਲੇਕਿਨ ਉਸ ਤੋਂ ਪਹਿਲਾਂ ਦਾ ਜਿਹੜਾ ਟਾਈਮ ਮੈਚ ਹੈ ਉਹ ਕੀਤਾ ਗਿਆ ਪੁਲਿਸ ਵੱਲੋਂ, NIA ਵੱਲੋਂ। ਉਹਦੇ ਵਿੱਚ ਇਹ 5 ਤੋਂ 6 ਜਿਹੜੇ ਸ਼ੱਕੀ ਹੈ, ਇਹਨਾਂ ਦੀ ਤਸਵੀਰਾਂ ਸਾਹਮਣੇ ਆਈ ਹੈ, ਇਹਨਾਂ ਦੀ ਇੱਕ ਢਾਬੇ 'ਚ ਤਸਵੀਰਾਂ ਆਈਆਂ, ਇੱਕ ਬਾਈਕ ਹੈ, ਇੱਕ ਗੱਡੀ ਹੈ, ਯਾਨੀ ਕਿ 5 ਤੋਂ 6 ਜਿਹੜੇ ਨੌਜਵਾਨ ਨੇ, 20 ਤੋਂ 25 26 ਸਾਲ ਦੇ ਜਿਹੜੇ ਨੌਜਵਾਨ ਨੇ, ਉਹਨਾਂ ਦੀ ਸੀਸੀਟੀਵੀ ਫੁਟੇਜ ਆਈ ਹੈ, ਉਹਨਾਂ ਦਾ ਐਨਾਲਾਈਸਿਸ ਕੀਤਾ ਜਾ ਰਿਹਾ ਹੈ ਕਿ ਆਖਿਰ ਇਹ ਹੈ ਕੌਣ। ਸ਼ੱਕੀ ਲੋਕ ਨੇ, ਸ਼ੱਕੀ ਨੇ। ਹਾਲਾਂਕਿ ਇਹ ਕਿਸ ਸਾਈਡ ਤੋਂ ਆਏ ਸੀਗੇ, ਇਹ ਦੱਸਿਆ ਜਾ ਰਿਹਾ ਹੈ ਕਿ ਸਰਹਾਲੀ ਸਾਈਡ ਤੋਂ ਆਏ ਸੀਗੇ।
ਉਹਨਾਂ ਦੀ ਪੂਰੀ ਜਿਹੜੀ ਹੈਗੀ ਉਹ ਕਰਕੇ ਐਗਜ਼ਾਮਿਨ ਕੀਤਾ ਜਾ ਰਿਹਾ ਹੈ। NIA ਤੇ ਪੰਜਾਬ ਪੁਲਿਸ ਇੱਕ ਪੁਆਇੰਟ ਤੇ ਕੰਮ ਕਰ ਰਹੀ ਹੈ ਤੇ ਇਹਨਾਂ ਦਾ ਜਿਹੜਾ ਡਾਟਾ ਕੱਢਿਆ ਜਾ ਰਿਹਾ, ਕਿਉਂਕਿ ਜਿਹੜਾ ਮੋਬਾਈਲ ਡੰਪ ਡਾਟਾ ਕੱਢਿਆ ਗਿਆ ਹੈ ਕਰੀਬ 450 ਜਿਹੜੇ ਮੋਬਾਈਲ ਡੰਪ ਡਾਟਾ ਕੱਢਿਆ ਗਿਆ ਹੈ, ਉਹਦੇ ਵਿੱਚ ਕਈ ਨੰਬਰ ਇਸ ਤਰ੍ਹਾਂ ਦੇ ਮਿਲੇ ਹੈ ਅਰਸ਼ਦੀਪ, ਜੋ ਕਿ ਉਸ ਵੇਲੇ ਐਕਟਿਵ ਸੀਗੇ, ਉਸ ਪਲੇਸ ਤੇ ਐਕਟਿਵ ਸੀਗੇ, ਉਸ ਥਾਂ ਤੇ ਐਕਟਿਵ ਸੀਗੇ ਜਿੱਥੇ ਇਹ ਵਾਰਦਾਤ ਹੋਈ ਹੈ। ਉਸ ਐਂਗਲ ਤੇ ਵੀ ਹੁਣ ਪੁਲਿਸ ਕੰਮ ਕਰ ਰਹੀ ਹੈ। ਕਰੀਬ 14 ਟਾਵਰਸ ਦਾ ਜਿਹੜਾ ਮੋਬਾਈਲ ਡੰਪ ਡਾਟਾ ਲਿੱਤਾ ਗਿਆ ਹੈ, ਉਹਦੇ ਵਿੱਚ ਹੁਣ ਪੁਲਿਸ ਕੰਮ ਕਰ ਰਹੀ ਹੈ। ਕੁਝ ਨੰਬਰ ਇਸ ਤਰ੍ਹਾਂ ਦੇ ਮਿਲੇ ਨੇ, ਕੁਝ ਇਸ ਤਰ੍ਹਾਂ ਦੇ ਨੰਬਰ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹਨ ਕਿ ਕੁਝ ਨੰਬਰ ਇਸ ਤਰ੍ਹਾਂ ਦੇ ਜਿਹੜੇ ਮਿਲੇ ਨੇ, ਉਹਨਾਂ ਤੇ ਹੁਣ ਕੰਮ ਕੀਤਾ ਜਾ ਰਿਹਾ ਹੈ। ਸਾਈਬਰ ਸੈੱਲ ਵੀ ਇਸ ਦੇ ਉੱਤੇ ਕੰਮ ਕਰ ਰਿਹਾ ਹੈ। CCTV ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਹੜੇ ਦਹਿਸ਼ਤਗਰਦ ਨੇ, ਕਿਹੜੇ ਹਮਲਾਵਰ ਨੇ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ।